ਸ਼ਬਦਾਂ ਵਿੱਚ ਕਿੰਨੀ ਤਾਕਤ ਹੁੰਦੀ ਹੈ ਇਸ ਦਾ ਅੰਦਾਜ਼ਾ ਲਗਾਉਣਾ ਵੀ ਕਈ ਵਾਰ ਮੁਸ਼ਕਿਲ ਹੁੰਦਾ ਹੈ। ਕੀ ਇਹ ਕਿਸੇ ਤੰਦਰੁਸਤ ਇਨਸਾਨ ਨੂੰ ਸੱਚਮੁੱਚ ਬਿਮਾਰ ਕਰ ਸਕਦੇ ਨੇ? ਖੈਰ, ਅੱਜ ਦੀ ਕਹਾਣੀ ਇੱਕ ਅਜਿਹੇ ਅਧਿਆਪਕ ਦੀ ਹੈ ਜਿਸ ਨਾਲ ਕੁਝ ਅਜਿਹਾ ਹੀ ਹੋਇਆ, ਜਾਂ ਸ਼ਾਇਦ ਉਸ ਨਾਲ ਇਹ ਸਭ ਜਾਣ-ਬੁੱਝ ਕੇ ਕੀਤਾ ਗਿਆ ਸੀ। ਪਰ ਕਹਾਣੀ ਤੇ ਜਾਣ ਤੋਂ ਪਹਿਲਾਂ ਆਓ ਇੱਕ ਗੱਲ ਸੋਚੀਏ। ਕਦੇ ਇੰਜ ਹੋਇਆ ਹੈ ਕਿ ਕਿਸੇ ਦੇ ਕਹਿਣ ਤੇ ਅਚਾਨਕ ਥਕਾਵਟ ਜਾਂ ਬਿਮਾਰੀ ਮਹਿਸੂਸ ਹੋਣ ਲੱਗੀ ਹੋਵੇ? ਇਸ ਨੂੰ ਕਹਿੰਦੇ ਨੇ ਸੁਝਾਅ ਦੀ ਸ਼ਕਤੀ, ਯਾਨੀ ਕਿ ਜਦੋਂ ਦਿਮਾਗ ਨੂੰ ਕਿਸੇ ਗੱਲ ਤੇ ਇੰਨਾ ਯਕੀਨ ਹੋ ਜਾਵੇ ਕਿ ਸਰੀਰ ਵੀ ਉਸੇ ਤਰ੍ਹਾਂ ਕੰਮ ਕਰਨ ਲੱਗ ਪਵੇ। ਤਾਂ ਸਵਾਲ ਇਹ ਹੈ ਕਿ ਇਹ ਤਾਕਤ ਅਸਲ ਵਿੱਚ ਕਿੰਨੀ ਕੁ ਜ਼ਬਰਦਸਤ ਹੋ ਸਕਦੀ ਹੈ। ਇਸ ਕਹਾਣੀ ਦੇ ਵਿਦਿਆਰਥੀਆਂ ਲਈ ਇਹ ਸਿਰਫ ਕੋਈ ਖਿਆਲ ਨਹੀਂ ਸੀ, ਬਲਕਿ ਇੱਕ ਹਥਿਆਰ ਸੀ, ਇੱਕ ਅਜਿਹਾ ਮਨੋਵਿਗਿਆਨਕ ਹਥਿਆਰ ਜਿਸ ਦਾ ਨਿਸ਼ਾਨਾ ਉਹਨਾਂ ਦਾ ਆਪਣਾ ਹੀ ਅਧਿਆਪਕ ਸੀ। ਤਾਂ ਫਿਰ ਇਹ ਸਾਰੀ ਸਾਜ਼ਿਸ਼ ਸ਼ੁਰੂ ਕਿੱਥੋਂ ਹੋਈ? ਇੱਕ ਬਿਲਕੁਲ ਆਮ ਜਿਹੇ ਦਿਸਣ ਵਾਲੇ ਕਲਾਸਰੂਮ ਤੋਂ, ਜਿੱਥੇ ਕੁਝ ਸ਼ਰਾਰਤੀ ਦਿਮਾਗ ਆਪਣੇ ਹੀ ਟੀਚਰ ਦੇ ਖਿਲਾਫ ਇੱਕ ਬੜੀ ਚਾਲਾਕੀ ਵਾਲੀ ਯੋਜਨਾ ਬਣਾ ਰਹੇ ਸਨ। ਦੇਖੋ, ਹਰ ਕਹਾਣੀ ਦੇ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਹੈ ਨਾ? ਇੱਥੇ ਕਾਰਨ ਸੀ ਇੱਕ ਬਹੁਤ ਹੀ ਸਖਤ ਅਧਿਆਪਕ। ਵਿਦਿਆਰਥੀ ਉਸ ਤੋਂ ਬੁਰੀ ਤਰ੍ਹਾਂ ਅੱਕ ਚੁੱਕੇ ਸਨ। ਉਹ ਉਹਨਾਂ ਨੂੰ ਇੱਕ ਪਲ ਵੀ ਚੈਨ ਨਾਲ ਨਹੀਂ ਬੈਠਣ ਦਿੰਦਾ ਸੀ, ਤੇ ਹੁਣ ਉਹ ਸੋਚ ਰਹੇ ਸਨ ਇਸ ਅਧਿਆਪਕ ਤੋਂ ਛੁਟਕਾਰਾ ਕਿਵੇਂ ਪਾਇਆ ਜਾਵੇ। ਫਿਰ ਇੱਕ ਦਿਨ ਉਹਨਾਂ 'ਚੋਂ ਇੱਕ ਸਭ ਤੋਂ ਸ਼ਰਾਰਤੀ ਮੁੰਡੇ ਦੇ ਦਿਮਾਗ ਵਿੱਚ ਇੱਕ ਆਈਡੀਆ ਆਇਆ, ਇੱਕ ਅਜਿਹਾ ਪਲਾਨ ਜੋ ਸੁਣਨ ਨੂੰ ਬਹੁਤ ਸੌਖਾ ਲੱਗਦਾ ਸੀ ਪਰ ਸੀ ਬਹੁਤ ਖਤਰਨਾਕ। ਉਸਨੇ ਕਿਹਾ, ਕੱਲ ਸਵੇਰੇ ਮੈਂ ਉਸ ਨੂੰ ਪੁੱਛਾਂਗਾ ਕਿ ਉਹ ਇੰਨਾ ਪੀਲਾ ਕਿਉਂ ਦਿਸ ਰਿਹਾ ਹੈ, ਤੇ ਫਿਰ ਬਾਕੀ ਸਾਰੇ ਇੱਕ-ਇੱਕ ਕਰਕੇ ਇਹੀ ਗੱਲ ਦੁਹਰਾਣਗੇ। ਯੋਜਨਾ ਬਿਲਕੁਲ ਸਾਫ਼ ਸੀ, ਸਟੈਪ ਬਾਏ ਸਟੈਪ। ਸਭ ਤੋਂ ਪਹਿਲਾਂ ਇੱਕ-ਇੱਕ ਕਰਕੇ ਹਰ ਵਿਦਿਆਰਥੀ ਟੀਚਰ ਕੋਲ ਜਾਵੇਗਾ ਅਤੇ ਉਸ ਦੇ ਬਿਮਾਰ ਲੱਗਣ ਤੇ ਚਿੰਤਾ ਜਤਾਏਗਾ। ਮਕਸਦ ਬਸ ਇੱਕ ਝੂਠ ਨੂੰ ਇੰਨੀ ਵਾਰ ਦੁਹਰਾਉਣਾ ਕਿ ਉਹ ਸੱਚ ਲੱਗਣ ਲੱਗ ਪਵੇ। ਅਗਲੀ ਸਵੇਰ ਹੋਈ ਅਤੇ ਖੇਡ ਸ਼ੁਰੂ। ਇੱਕ ਛੋਟਾ ਜਿਹਾ ਝੂਠ, ਇੱਕ ਸ਼ੱਕ ਦਾ ਬੀਜ, ਇੱਕ ਮਜ਼ਬੂਤ ਦਿਮਾਗ ਵਿੱਚ ਬੀਜਿਆ ਜਾਣਾ ਸੀ। ਜਿਵੇਂ ਹੀ ਅਧਿਆਪਕ ਨੇ ਕਲਾਸ ਵਿੱਚ ਪੈਰ ਰੱਖਿਆ, ਪਹਿਲਾ ਮੋਰਾ ਅੱਗੇ ਵਧਿਆ। ਬੜੀ ਹੀ ਮਾਸੂਮੀਅਤ ਨਾਲ ਉਸਨੇ ਪੁੱਛਿਆ, ਸਰ ਤੁਸੀਂ ਠੀਕ ਤਾਂ ਹੋ? ਕੁਝ ਪੀਲੇ-ਪੀਲੇ ਲੱਗ ਰਹੇ ਹੋ। ਪਹਿਲਾ ਤੀਰ ਚੱਲ ਚੁੱਕਾ ਸੀ। ਅਧਿਆਪਕ ਨੂੰ ਤਾਂ ਪਹਿਲਾਂ ਯਕੀਨ ਹੀ ਨਹੀਂ ਹੋਇਆ। ਉਸਨੇ ਹੱਸ ਕੇ ਗੱਲ ਟਾਲ ਦਿੱਤੀ, ਮੈਂ ਬਿਲਕੁਲ ਠੀਕ ਹਾਂ, ਬਕਵਾਸ ਬੰਦ ਕਰੋ। ਉਸਨੂੰ ਕੀ ਪਤਾ ਸੀ ਕਿ ਇਹ ਤਾਂ ਸਿਰਫ ਸ਼ੁਰੂਆਤ ਸੀ ਅਤੇ ਉਸਦੇ ਦਿਮਾਗ ਨੇ ਇਸ ਗੱਲ ਨੂੰ ਕਿਤੇ ਨਾ ਕਿਤੇ ਨੋਟ ਕਰ ਲਿਆ ਸੀ। ਪਰ ਇਹ ਸਿਰਫ ਇੱਕ ਵਿਦਿਆਰਥੀ ਦੀ ਗੱਲ ਨਹੀਂ ਸੀ। ਫਿਰ ਦੂਜਾ ਆਇਆ, ਫਿਰ ਤੀਜਾ, ਫਿਰ ਚੌਥਾ। ਇੱਕ ਤੋਂ ਬਾਅਦ ਇੱਕ, ਹਰ ਪਾਸਿਓਂ ਉਹੀ ਸਵਾਲ, ਉਹੀ ਚਿੰਤਾ। ਸ਼ੱਕ ਦੀਆਂ ਕੰਧਾਂ ਹੌਲੀ-ਹੌਲੀ ਉਸਦੇ ਦਿਮਾਗ ਦੇ ਆਲੇ-ਦੁਆਲੇ ਉਸਰ ਰਹੀਆਂ ਸਨ। ਅਤੇ ਫਿਰ ਉਹੀ ਹੋਇਆ ਜੋ ਮੁੰਡਿਆਂ ਨੇ ਸੋਚਿਆ ਸੀ। ਇੱਕ ਮਜ਼ਬੂਤ ਦਿਮਾਗ ਵੀ ਵਾਰ-ਵਾਰ ਕੀਤੇ ਹਮਲੇ ਅੱਗੇ ਟੁੱਟ ਗਿਆ। ਅਧਿਆਪਕ ਨੂੰ ਹੁਣ ਸੱਚਮੁੱਚ ਲੱਗਣ ਲੱਗਾ ਕਿ ਉਹ ਬਿਮਾਰ ਹੈ। ਉਸਦਾ ਸਰੀਰ ਕੰਬਣ ਲੱਗ ਪਿਆ। ਉਸਨੂੰ ਲੱਗਾ ਜਿਵੇਂ ਬੁਖਾਰ ਚੜ੍ਹ ਰਿਹਾ ਹੋਵੇ। ਜਦੋਂ ਦਿਮਾਗ ਹਾਰ ਜਾਂਦਾ ਹੈ ਤਾਂ ਸਰੀਰ ਕਿੱਥੇ ਪਿੱਛੇ ਰਹਿੰਦਾ ਹੈ। ਹੁਣ ਜਦੋਂ ਉਸਨੂੰ ਪੂਰਾ ਯਕੀਨ ਹੋ ਗਿਆ ਸੀ ਕਿ ਉਹ ਬਿਮਾਰ ਹੈ ਤਾਂ ਅਧਿਆਪਕ ਨੇ ਹਥਿਆਰ ਸੁੱਟ ਦਿੱਤੇ। ਇਸ ਬਿਮਾਰੀ ਦੇ ਵਿਚਾਰ ਨੇ ਉਸਦੀ ਸੋਚ ਨੂੰ ਵੀ ਪ੍ਰਭਾਵਿਤ ਕੀਤਾ। ਉਹ ਗੁੱਸੇ ਵਿੱਚ ਸੋਚਣ ਲੱਗਾ ਕਿ ਉਸਦੀ ਪਤਨੀ ਉਸਦਾ ਧਿਆਨ ਨਹੀਂ ਰੱਖ ਰਹੀ। ਇਸ ਸਭ ਤੋਂ ਤੰਗ ਆ ਕੇ ਉਸਨੇ ਸਕੂਲ ਛੱਡਿਆ ਤੇ ਘਰ ਜਾਣ ਦਾ ਫੈਸਲਾ ਕਰ ਲਿਆ। ਵਿਦਿਆਰਥੀਆਂ ਲਈ ਇਹ ਇੱਕ ਵੱਡੀ ਜਿੱਤ ਸੀ। ਅੱਜ ਦੀ ਛੁੱਟੀ ਪੱਕੀ। ਉਹ ਤਾਂ ਸੋਚ ਰਿਹਾ ਸੀ ਕਿ ਘਰ ਜਾ ਕੇ ਆਰਾਮ ਮਿਲੇਗਾ, ਪਰ ਸ਼ਾਇਦ ਉਹ ਗਲਤ ਸੀ। ਇੱਕ ਹੋਰ ਵੱਡਾ ਤੂਫਾਨ, ਯਾਨੀ ਕਿ ਹਕੀਕਤ ਦਾ ਤੂਫਾਨ, ਉਸ ਦਾ ਇੰਤਜ਼ਾਰ ਕਰ ਰਿਹਾ ਸੀ। ਘਰ ਪਹੁੰਚਦਿਆਂ ਹੀ ਉਹ ਆਪਣੀ ਪਤਨੀ ਤੇ ਗੁੱਸਾ ਕੱਢਣ ਲੱਗਾ। ਇੱਕ ਪਾਸੇ ਅਧਿਆਪਕ ਸੀ ਜਿਸ ਨੂੰ ਪੱਕਾ ਯਕੀਨ ਸੀ ਕਿ ਉਹ ਬਹੁਤ ਬਿਮਾਰ ਹੈ। ਦੂਜੇ ਪਾਸੇ ਉਸਦੀ ਹੈਰਾਨ ਪਤਨੀ ਜਿਸ ਨੂੰ ਉਹ ਬਿਲਕੁਲ ਠੀਕ-ਠਾਕ ਦਿਖਾਈ ਦੇ ਰਿਹਾ ਸੀ। ਇਹ ਦੋ ਵੱਖਰੀਆਂ ਦੁਨੀਆਵਾਂ ਦਾ ਟਕਰਾਅ ਸੀ। ਜਦੋਂ ਘਰ 'ਚ ਇਹ ਸਭ ਚੱਲ ਰਿਹਾ ਸੀ ਤਾਂ ਦੂਜੇ ਪਾਸੇ ਉਹ ਸ਼ਰਾਰਤੀ ਮੁੰਡੇ ਸਕੂਲੋਂ ਭੱਜ ਕੇ ਆਪਣੀ ਜਿੱਤ ਦਾ ਜਸ਼ਨ ਮਨਾ ਰਹੇ ਸਨ। ਪਰ ਇਹ ਖੁਸ਼ੀ ਬਹੁਤੀ ਦੇਰ ਦੀ ਨਹੀਂ ਸੀ। ਜਲਦੀ ਹੀ ਉਹਨਾਂ ਦੀਆਂ ਮਾਵਾਂ ਨੇ ਉਹਨਾਂ ਨੂੰ ਲੱਭ ਲਿਆ ਅਤੇ ਸਾਰੀ ਸੱਚਾਈ ਬਾਹਰ ਆ ਗਈ। ਜਦੋਂ ਉਹਨਾਂ ਦੀਆਂ ਮਾਵਾਂ ਸੱਚਾਈ ਪਤਾ ਕਰਨ ਲਈ ਅਧਿਆਪਕ ਦੇ ਘਰ ਪਹੁੰਚੀਆਂ ਤਾਂ ਜੋ ਉਹਨਾਂ ਨੇ ਦੇਖਿਆ ਉਹ ਹੈਰਾਨ ਕਰਨ ਵਾਲਾ ਸੀ। ਅਧਿਆਪਕ ਸੱਚਮੁੱਚ ਕਈ ਰਜਾਈਆਂ ਲੈ ਕੇ ਪਿਆ ਸੀ, ਪਸੀਨੇ ਨਾਲ ਭਿੱਜਿਆ ਹੋਇਆ ਅਤੇ ਦਰਦ ਨਾਲ ਚੀਕ ਰਿਹਾ ਸੀ। ਮੁੰਡਿਆਂ ਦਾ ਬੋਲਿਆ ਝੂਠ ਹੁਣ ਉਸਦੀ ਭਿਆਨਕ ਹਕੀਕਤ ਬਣ ਚੁੱਕਾ ਸੀ। ਹੁਣ ਜਦੋਂ ਸਾਰਾ ਸੱਚ ਸਾਹਮਣੇ ਆਉਣ ਵਾਲਾ ਸੀ, ਕਹਾਣੀ ਨੇ ਇੱਕ ਅਜਿਹਾ ਮੋੜ ਲਿਆ ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ। ਮਾਵਾਂ ਨੇ ਸ਼ਰਮਿੰਦਗੀ ਨਾਲ ਸਿਰ ਝੁਕਾ ਕੇ ਅਧਿਆਪਕ ਨੂੰ ਸਾਰੀ ਗੱਲ ਦੱਸੀ। ਉਹਨਾਂ ਨੇ ਮੰਨਿਆ ਕਿ ਇਹ ਉਹਨਾਂ ਦੇ ਪੁੱਤਰਾਂ ਦੀ ਇੱਕ ਸ਼ਰਾਰਤ ਸੀ ਜੋ ਹੱਦ ਤੋਂ ਵੱਧ ਗਈ ਸੀ। ਪਰ ਅਧਿਆਪਕ ਦਾ ਜਵਾਬ ਸੁਣ ਕੇ ਸਭ ਦੇ ਹੋਸ਼ ਉੱਡ ਗਏ। ਗੁੱਸਾ ਕਰਨ ਦੀ ਬਜਾਏ ਉਸਨੇ ਉਹਨਾਂ ਮੁੰਡਿਆਂ ਦਾ ਧੰਨਵਾਦ ਕੀਤਾ। ਉਸਨੇ ਕਿਹਾ, ਮੈਂ ਤਾਂ ਪੜ੍ਹਾਉਣ ਵਿੱਚ ਇੰਨਾ ਗੁਆਚ ਗਿਆ ਸੀ ਕਿ ਮੈਂ ਆਪਣੀ ਸਿਹਤ ਨੂੰ ਹੀ ਭੁੱਲ ਗਿਆ। ਤੁਹਾਡੇ ਸਮਝਦਾਰ ਪੁੱਤਰਾਂ ਨੇ ਮੇਰੀ ਬਿਮਾਰੀ ਨੂੰ ਪਛਾਣ ਲਿਆ।
ਤਾਂ ਇਸ ਸਾਰੀ ਕਹਾਣੀ ਦਾ ਮਤਲਬ ਕੀ ਨਿਕਲਦਾ ਹੈ? ਇਹ ਸਿਰਫ ਇੱਕ ਮਜ਼ਾਕ ਦੀ ਕਹਾਣੀ ਨਹੀਂ ਹੈ। ਇਹ ਸਾਨੂੰ ਦੱਸਦੀ ਹੈ ਕਿ ਸਾਡਾ ਦਿਮਾਗ ਕਿੰਨਾ ਤਾਕਤਵਰ ਤੇ ਨਾਲ ਹੀ ਕਿੰਨਾ ਕਮਜ਼ੋਰ ਹੋ ਸਕਦਾ ਹੈ। ਇੱਕ ਝੂਠ ਜਦੋਂ ਵਾਰ-ਵਾਰ ਦੁਹਰਾਇਆ ਜਾਂਦਾ ਹੈ ਤਾਂ ਸਾਡੇ ਲਈ ਸੱਚਾਈ ਬਣ ਸਕਦਾ ਹੈ, ਇੰਨਾ ਕਿ ਸਾਡਾ ਸਰੀਰ ਵੀ ਉਸ ਤੇ ਅਮਲ ਕਰਨ ਲੱਗ ਪੈਂਦਾ ਹੈ। ਅਤੇ ਅੰਤ ਵਿੱਚ ਇਹ ਕਹਾਣੀ ਸਾਨੂੰ ਸਾਰਿਆਂ ਨੂੰ ਇੱਕ ਸਵਾਲ ਪੁੱਛਦੀ ਹੈ। ਅਸੀਂ ਆਪਣੀ ਜ਼ਿੰਦਗੀ ਵਿੱਚ ਆਲੇ-ਦੁਆਲੇ ਤੋਂ, ਮੀਡੀਆ ਤੋਂ ਕਿਹੜੀਆਂ ਗੱਲਾਂ ਨੂੰ ਵਾਰ-ਵਾਰ ਸੁਣ ਰਹੇ ਹਾਂ ਅਤੇ ਉਹਨਾਂ ਵਿੱਚੋਂ ਕਿਹੜੀਆਂ ਗੱਲਾਂ ਨੂੰ ਬਿਨਾਂ ਸੋਚੇ ਸਮਝੇ ਆਪਣੀ ਸੱਚਾਈ ਬਣਾਈ ਜਾ ਰਹੇ ਹਾਂ? ਇਸ ਬਾਰੇ ਸੋਚਣਾ ਬਹੁਤ ਜ਼ਰੂਰੀ ਹੈ।